ਸਾਡੇ ਕੋਲ ਆਉਣ ਵਾਲੇ ਜਿਹੜੇ ਮਰੀਜ਼ ਆ ਬਹੁਤੇ ਜਿਹੜੇ ਆ ਉਹ ਕਹਿੰਦੇ ਇਹ ਬੱਚਾ ਜੀ ਸਾਡਾ ਕੁਝ ਖਾਂਦਾ ਨਹੀਂ, ਦੁੱਧ ਨਹੀਂ ਪੀਂਦਾ, ਦਹੀਂ ਨਹੀਂ ਖਾਂਦਾ, ਰੋਟੀ ਨਹੀਂ ਖਾਂਦਾ, ਸਬਜ਼ੀ ਦਾਲ ਕੁਛ ਨਹੀਂ ਖਾਂਦਾ। ਤਾਂ ਜੇ ਕਹੀਏ ਵੀ ਹਾਂ ਦੱਸੋ ਵੀ ਚਿਪਸ ਖਾ ਲੈਂਦਾ, ਕਹਿੰਦੇ ਜਿੰਨੇ ਮਰਜ਼ੀ ਖਿਲਾ ਦਿਓ। ਸਿਆਣੇ ਮਾਪੇ ਜਿਹੜੇ ਆ ਉਹ ਸਿਆਣੇ ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਚਿਪਸ ਦੇ ਪੈਕਟ ਲੈ ਕੇ ਕਦੀ ਦਿੰਦੇ ਹੀ ਨਹੀਂ। ਡਾਕਟਰ ਸੈਮੂਅਲ ਹੈਨੀਮਨ ਜਰਮਨ ਦੇ ਵਿੱਚ ਜਿਨ੍ਹਾਂ ਨੇ ਕਿ 18ਵੀਂ ਸਦੀ ਦੇ ਵਿੱਚ ਹੋਮਿਓਪੈਥੀ ਸ਼ੁਰੂ ਕੀਤੀ ਆ, ਅਤੇ ਉਸ ਤੋਂ ਬਾਅਦ ਜਿਹੜਾ ਉੱਥੇ ਜਰਮਨ ਦੀ ਸਰਕਾਰ ਜਿਹੜੀ ਸੀ ਉਹਨਾਂ ਨੂੰ ਜਿਹੜੇ ਉੱਥੇ ਮੌਕੇ ਦੇ ਡਾਕਟਰ ਸੀ ਉਹਨਾਂ ਨੇ ਉਹਨਾਂ ਦੇ ਖਿਲਾਫ ਭੜਕਾਇਆ ਅਤੇ ਉਹਨਾਂ ਨੇ ਉਹਨਾਂ ਨੂੰ ਦੇਸ਼ ਨਿਕਾਲਾ ਵੀ ਦੇ ਦਿੱਤਾ ਸੀਗਾ। ਪਰ ਬਾਅਦ ਦੇ ਵਿੱਚ ਉਹਨਾਂ ਨੂੰ ਸਮਝ ਆਇਆ ਵੀ ਇਹ ਜਿਹੜਾ ਡਾਕਟਰ ਸੀਗਾ ਇਹ ਤਾਂ ਬਹੁਤ ਕੰਮ ਦੀ ਗੱਲ ਕਰ ਗਿਆ ਸਾਡੇ ਸਾਰਿਆਂ ਦੇ ਲਈ, ਅਤੇ ਫਿਰ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਤੋ ਇਹ ਜੋ ਹੈ ਕੱਲ੍ਹ ਜਿਹੜਾ ਮਾਨਸਿਕ ਸਿਹਤ ਦਿਵਸ ਸੀਗਾ ਅਤੇ ਉਸ ਦੇ ਸੰਬੰਧ ਦੇ ਵਿੱਚ ਕਾਫੀ ਸੈਮੀਨਾਰ ਹੋਏ ਆ, ਸਾਰੇ ਸੰਸਾਰ ਦੇ ਵਿੱਚ ਮਨਾਇਆ ਗਿਆ। ਔਰ ਅੱਜ ਦਾ ਇਹ ਬਹੁਤ ਵੱਡਾ ਇੱਕ ਮਾਨਸਿਕ ਸਿਹਤ ਦਾ ਮਸਲਾ ਹੋ ਗਿਆ। ਮੇਰੇ ਕੋਲ ਜੇਕਰ 10 ਮਰੀਜ਼ਾਂ ਦੇ ਵਿੱਚੋਂ 9 ਮਰੀਜ਼ਾਂ ਦਾ ਬਿਮਾਰੀ ਦਾ ਕਾਰਨ ਜਿਹੜਾ ਉਹ ਮਾਨਸਿਕ ਹੁੰਦਾ। ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਦੋਸਤ ਗੋਬਿੰਦਜੀਤ ਸਿੰਘ ਅਤੇ ਅੱਜ ਪ੍ਰਸਿੱਧ ਪੰਜਾਬੀ ਗਾਇਕ ਮਨਮੋਹਨ ਵਾਰਿਸ ਹੋਣਾ ਦੇ ਗਾਣੇ ਦੀਆਂ ਉਹ ਸਤਰਾਂ ਯਾਦ ਆ ਗਈਆਂ ਕਿ ਆਪਣੇ ਸਰੀਰ ਬਾਝੋਂ ਹਾਣੀਓ ਕਿਸੇ ਨੇ ਨਾ ਲੱਗੀਆਂ ਨਿਭਾਉਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਇਹ ਗਾਣਾ ਤੁਸੀਂ ਸੁਣਿਆ ਹੋਣਾ। ਕਿਹੜੀਆਂ ਖੁਰਾਕਾਂ ਖਾਣੀਆਂ ਨੇ ਇਸ ਬਾਰੇ ਜਾਣਕਾਰੀ ਬਹੁਤ ਘੱਟ ਹੈ। ਸ਼ਾਪਿੰਗ ਮਾਲਾਂ ਦੇ ਵਿੱਚੋਂ ਮਾਵਾਂ ਜਿਹੜੀਆਂ ਕਦੇ ਸਾਡੇ ਘਰਾਂ ਦੇ ਵਿੱਚ ਬੱਚਿਆਂ ਨੂੰ ਮੱਖਣ ਖਵਾਉਂਦੀਆਂ ਸੀ, ਸਾਗ ਖਵਾਉਂਦੀਆਂ ਸੀ, ਲੱਸੀ, ਮੱਕੀ ਦੀ ਰੋਟੀ, ਬਾਜਰੇ ਦੀ ਰੋਟੀ ਖਵਾਉਂਦੀਆਂ ਸੀ। ਅੱਜ ਕੱਲ੍ਹ ਦੀਆਂ ਮਾਡਰਨ ਮਾਵਾਂ ਮਾਲ ਦੇ ਵਿੱਚੋਂ ਆਪਣੇ ਬੱਚਿਆਂ ਦੇ ਲਈ ਚਿਪਸ, ਕੈਂਡੀਆਂ, ਕੁਰਕਰੇ ਅਤੇ ਹੋਰ ਬਹੁਤ ਸਾਰਾ ਅਜਿਹਾ ਸਮਾਨ ਜਿਹੜਾ ਖਾਣ ਨੂੰ ਤਾਂ ਸਵਾਦੀ ਲੱਗਦਾ ਪਰ ਸਿਹਤ ਲਈ ਕਈ ਵਾਰੀ ਘਾਤਕ ਹੋ ਨਿਬੜਦਾ। ਕੀ ਸੱਚਮੁੱਚ ਅਜਿਹਾ ਖਾਣਾ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ? ਕਿਹੋ ਜਿਹਾ ਖਾਣਾ ਚਾਹੀਦਾ? ਕਿਹੜੀਆਂ ਬਿਮਾਰੀਆਂ ਦਾ ਦੌਰ ਚੱਲ ਰਿਹਾ ਹੈ? ਕਿੱਦਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ? ਕਿੱਦਾਂ ਸਿਹਤਮੰਦ ਸਿਹਤਵਰਧਕ ਜਿਹੜਾ ਆ ਉਹ ਜੀਵਨ ਬਸਰ ਬਤੀਤ ਕੀਤਾ ਜਾ ਸਕਦਾ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਸਾਡੇ ਕੋਲ ਹੁਸ਼ਿਆਰਪੁਰ ਤੋਂ ਡਾਕਟਰ ਹੋਮਿਓਪੈਥੀ ਡਾਕਟਰ ਜਿਹੜੇ ਨੇ ਹਰਜਿੰਦਰ ਸਿੰਘ ਓਬਰਾਏ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਕਿਸ ਤਰ੍ਹਾਂ ਰੋਗ ਮੁਕਤ ਰਹਿ ਕੇ ਇੱਕ ਚੰਗਾ ਜੀਵਨ ਜਿਹੜਾ ਆ ਉਹ ਬਸਰ ਕੀਤਾ ਜਾ ਸਕਦਾ। ਕੁਦਰਤ ਦੇ ਵੀ ਬਹੁਤ ਨੇੜੇ ਰਹਿੰਦੇ ਨੇ ਅਤੇ ਅਕਸਰ ਛੁੱਟੀ ਵਾਲੇ ਦਿਨ ਜਿਹੜਾ ਆ ਪਹਾੜੀ ਖਿੱਤੇ ਦੇ ਵਿੱਚ ਜਾ ਕੇ, ਕੰਢੀ ਦੇ ਇਲਾਕੇ ਵਿੱਚ ਜਾ ਕੇ ਪੇੜ ਪੌਦੇ ਲਗਾਉਣਾ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨਾ ਵੀ ਪਸੰਦ ਕਰਦੇ ਨੇ। ਸੋ ਸਮਾਂ ਜ਼ਾਇਆ ਕੀਤੇ ਬਗੈਰ ਗੱਲਬਾਤ ਸ਼ੁਰੂ ਕਰਦੇ ਹਾਂ। ਓਬਰਾਏ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਓਬਰਾਏ ਸਾਹਿਬ, ਖਾਣ ਪੀਣ ਦੀ ਗੱਲ ਕੀਤੀ ਆ, ਮਨਮੋਹਨ ਵਾਰਿਸ ਦੇ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਕਿ ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਪਰ ਅੱਜ ਕੱਲ੍ਹ ਅਸੀਂ ਖੁਰਾਕਾਂ ਦੇਖਦੇ, ਜਿਵੇਂ ਮੈਂ ਜ਼ਿਕਰ ਵੀ ਕੀਤਾ ਕਿ ਮਾਡਰਨ ਮਾਵਾਂ ਜਿਹੜੀਆਂ ਬੱਚਿਆਂ ਨੂੰ ਜਦੋਂ ਬੱਚਾ ਰੋਂਦਾ ਹੈ ਪਹਿਲਾਂ ਦੁੱਧ ਦਿੱਤਾ ਜਾਂਦਾ ਸੀ, ਤਾਂ ਅੱਜ ਕੱਲ੍ਹ ਕੈਂਡੀ, ਚੌਕਲੇਟ, ਕਈ ਪ੍ਰਕਾਰ ਦੇ ਵੰਨ ਸਵੰਨੇ ਭਾਂਤ ਦੇ ਖਾਣੇ ਜਿਹੜੇ ਆ ਉਹ ਬੱਚੇ ਦੇ ਮੂੰਹ ਨੂੰ ਲਗਾ ਦਿੱਤੇ ਜਾਂਦੇ ਆ ਕਿ ਚੁੱਪ ਕਰ ਜਾ ਕਾਕਾ। ਕਿੱਦਾਂ ਦੇਖਦੇ ਹੋ? ਸਾਡੇ ਕੋਲ ਆਉਣ ਵਾਲੇ ਜਿਹੜੇ ਮਰੀਜ਼ ਆ ਬਹੁਤੇ ਜਿਹੜੇ ਆ ਉਹ ਕਹਿੰਦੇ ਇਹ ਬੱਚਾ ਜੀ ਸਾਡਾ ਕੁਝ ਖਾਂਦਾ ਨਹੀਂ, ਦੁੱਧ ਨਹੀਂ ਪੀਂਦਾ, ਦਹੀਂ ਨਹੀਂ ਖਾਂਦਾ, ਰੋਟੀ ਨਹੀਂ ਖਾਂਦਾ, ਸਬਜ਼ੀ ਦਾਲ ਕੁਛ ਨਹੀਂ ਖਾਂਦਾ। ਤਾਂ ਜੇ ਕਹੀਏ ਵੀ ਹਾਂ ਦੱਸੋ ਵੀ ਚਿਪਸ ਖਾ ਲੈਂਦਾ, ਕਹਿੰਦੇ ਜਿੰਨੇ ਮਰਜ਼ੀ ਖਿਲਾ ਦਿਓ। ਤੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਾਜ਼ਾਰ ਦੀਆਂ, ਇਹ ਚੀਜ਼ਾਂ ਉਹ ਖਾਣੇ ਬੱਚੇ ਪਸੰਦ ਕਰਦੇ ਆ। ਉਹ ਬੱਚਿਆਂ ਦਾ ਸੁਭਾਅ ਇੱਦਾਂ ਦਾ ਬਣ ਜਾਂਦਾ, ਫਿਰ ਉਹ ਕਹਿੰਦੇ ਅਸੀਂ ਤਾਂ ਇਹੀ ਚੀਜ਼ਾਂ ਖਾਣੀਆਂ। ਫਾਸਟ ਫੂਡ ਹੋ ਗਏ, ਜੇ ਸਾਨੂੰ ਨੂਡਲਸ ਲਿਆ ਦਿਓ, ਸਾਨੂੰ ਮਨਚੂਰੀਅਨ ਲਿਆ ਦਿਓ, ਜਾਂ ਸਾਨੂੰ ਕੋਈ ਹੋਰ ਚੀਜ਼ ਹੈ ਜਿਹੜੀਆਂ ਵੀ ਉਹ ਫਿਰ ਲਾਈਕ ਕਰਦੇ ਜਾਂਦੇ ਆ। ਅਤੇ ਹੁਣ ਅਸੀਂ ਇੱਕ ਡਾਕਟਰ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਕਿਹੜੀ ਦਵਾਈ ਦੇਈਏ ਬਈ ਜਿਹੜੀ ਦਵਾਈ ਨਾਲ ਉਹ ਰੋਟੀ ਪਾਣੀ ਖਾਣਾ ਸ਼ੁਰੂ ਕਰ ਦੇਣ ਤਾਂ ਉਹਨਾਂ ਚੀਜ਼ਾਂ ਨੂੰ ਛੱਡ ਦੇਣ। ਸਿਆਣੇ ਮਾਪੇ ਜਿਹੜੇ ਆ ਉਹ ਸਿਆਣੇ ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਚਿਪਸ ਦੇ ਪੈਕਟ ਲੈ ਕੇ ਕਦੀ ਦਿੰਦੇ ਹੀ ਨਹੀਂ। ਉਹਨਾਂ ਨੂੰ ਪਤਾ ਵੀ ਜੇ ਇਹ ਇਹਨਾਂ ਨੂੰ ਦੇਵਾਂਗੇ ਅਤੇ ਇਹ ਅੱਜ ਕੱਲ੍ਹ ਦੀਆਂ ਕੰਪਨੀਆਂ ਦਾ ਇੱਦਾਂ ਦਾ ਸਿਸਟਮ ਬਣਿਆ ਹੋਇਆ, ਉਹ ਇੱਦਾਂ ਦੇ ਕੈਮੀਕਲ ਉਹਦੇ ਵਿੱਚ ਐਡ ਕਰ ਦਿੰਦੇ ਆ ਜਿਹਦੇ ਨਾਲ ਬੰਦਾ ਉਹਦੇ ਬਗੈਰ ਰਹਿ ਹੀ ਨਹੀਂ ਸਕਦਾ। ਤੋ ਇਸ ਕਰਕੇ ਜਿਹੜੇ ਬੱਚੇ ਹੈਗੇ ਆ, ਬਹੁਤ ਸਾਰੇ ਬੱਚੇ ਜਿਹੜੇ ਇਸ ਪ੍ਰੋਬਲਮ 'ਚ ਫਸੇ ਹੋਏ ਆ ਵੀ ਉਹਨਾਂ ਦਾ ਰੁਝਾਨ ਜਿਹੜਾ ਉਹ ਖਾਣੇ ਤੋਂ ਬਿਲਕੁਲ ਹਟ ਗਿਆ। ਔਰ ਇਸੇ ਕਰਕੇ ਮੈਂ ਸਕੂਲਾਂ ਦੇ ਵਿੱਚ ਜਾਂਦਾ, ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਮਝਾਉਣਾ ਵੀ ਸਾਨੂੰ ਕਿਹੜੀ ਖੁਰਾਕ ਖਾਣੀ ਚਾਹੀਦੀ ਆ। ਅਤੇ ਉਸ ਖੁਰਾਕ ਦੇ ਵਿੱਚ ਪਹਿਲਾਂ ਐਨਾਲਿਸਿਸ ਕਰੀਦਾ। ਬਹੁਤ ਸਾਰੇ ਬੱਚੇ ਜਿਹੜੇ ਆ ਸਵੇਰ ਦਾ ਨਾਸ਼ਤਾ ਹੀ ਨਹੀਂ ਕਰਕੇ ਆਉਂਦੇ, ਸਿਰਫ ਚਾਹ ਦਾ ਕੱਪ ਪੀ ਲਿਆ ਜਾਂ ਨਹੀਂ ਪੀ ਲਿਆ,
ਤੇ ਜਲਦੀ ਦੇ ਵਿੱਚ ਉਸੇ ਤਰ੍ਹਾਂ ਆ ਜਾਂਦੇ ਆ। 50% ਸਕੂਲਾਂ ਦੇ ਬੱਚੇ ਜਿਹੜੇ ਉਹ ਨਾਸ਼ਤਾ ਕਰਕੇ ਨਹੀਂ ਆਉਂਦੇ। ਇੱਕ ਸਕੂਲ ਪਿਛਲੇ ਦਿਨਾਂ 'ਚ ਮੈਨੂੰ ਮਿਲਿਆ ਸੀ ਜਿੱਥੇ ਸਾਰੇ ਬੱਚਿਆਂ ਨੇ ਨਾਸ਼ਤਾ ਕੀਤਾ ਸੀ, ਕਿਉਂਕਿ ਉੱਥੇ ਦੇ ਜਿਹੜੇ ਪ੍ਰਿੰਸੀਪਲ ਤੇ ਹੋਰ ਸਟਾਫ ਹੈ ਉਹ ਇਸ ਚੀਜ਼ ਦਾ ਗੌਰ ਕਰਕੇ ਉਹਨਾਂ ਨੇ ਬੱਚਿਆਂ ਨੂੰ ਆਦਤ ਪਾਤੀ ਵੀ ਉਹ ਸਵੇਰ ਨੂੰ ਨਾਸ਼ਤਾ ਕਰਕੇ ਆਉਣ। ਇਹ ਤਾਂ ਫਿਰ ਇਹ ਹੁੰਦਾ ਅਸੈਂਬਲੀ ਦੇ ਵਿੱਚ ਕੋਈ ਨਾ ਕੋਈ ਬੱਚਾ ਮੇਰੇ ਸਾਹਮਣੇ ਵੀ ਬੇਹੋਸ਼ ਹੋ ਕੇ ਕਈ ਵਾਰ ਡਿੱਗਿਆ, ਕਿਉਂਕਿ ਉਹਦੇ ਅੰਦਰ ਐਨਰਜੀ ਨਹੀਂ ਹੁੰਦੀ ਇੰਨੀ ਵੀ ਉਹ ਠੀਕ ਰਹਿ ਸਕੇ, ਖੜਾ ਰਹਿ ਸਕੇ। ਤੋ ਇਸ ਕਰਕੇ ਜਿਹੜਾ ਬੱਚੇ ਆਪਣੇ ਜਿਹੜੇ ਮਾਂ-ਬਾਪ ਨੇ ਸੰਭਾਲਣੇ ਆ ਉਹ ਜ਼ਰੂਰ ਸੰਭਾਲਣ, ਉਹਨਾਂ ਨੂੰ ਇੱਦਾਂ ਦੀਆਂ ਗਲਤ ਚੀਜ਼ਾਂ ਜਿਹੜੀਆਂ ਉਹ ਨਾ ਖਾਣ ਨੂੰ ਦੇਣ, ਉਹਨਾਂ ਨੂੰ ਖੁਰਾਕ 'ਤੇ ਰੱਖਣ। ਸੁਭਾਅ ਇਨਸਾਨ ਦਾ ਵੀ ਜਿਹੜੀ ਚੀਜ਼ ਉਹਨੂੰ ਮਿਲਦੀ ਆ ਤੇ ਉਹ ਫਿਰ ਉਹੀ ਚੀਜ਼ ਜਿਹੜੀ ਆ ਉਹ ਦੁਬਾਰਾ ਮੰਗਦਾ। ਜਿਹੜੀ ਨਵੀਂ ਚੀਜ਼ ਹੁੰਦੀ ਆ ਜਿਸ ਦਾ ਉਸਨੇ ਟੇਸਟ ਹੀ ਨਹੀਂ ਦੇਖਿਆ ਹੁੰਦਾ ਉਹ ਨਹੀਂ ਮੰਗਦਾ, ਉਹ ਉਹੀ ਚੀਜ਼ ਮੰਗਦਾ ਜਿਹੜੀ ਉਹਦਾ ਉਸਨੇ ਟੇਸਟ ਦੇਖਿਆ ਹੁੰਦਾ। ਹੁਣ ਛੋਟਾ ਬੱਚਾ ਹੁੰਦਾ, ਉਹਦੀ ਪ੍ਰੋਬਲਮ ਕੀ ਹੁੰਦੀ ਆ ਵੀ ਇਹ ਸਿਰਫ ਦੁੱਧ ਹੀ ਪੀਂਦਾ ਜੀ, ਹੋਰ ਕੁਝ ਖਾਂਦਾ ਨਹੀਂ, ਕਿਉਂਕਿ ਉਸਨੇ ਦੁੱਧ ਦਾ ਹੀ ਟੇਸਟ ਦੇਖਿਆ, ਹੋਰ ਕੋਈ ਟੇਸਟ ਦੇਖਿਆ ਨਹੀਂ। ਔਰ ਫਿਰ ਜਿਹੜੇ ਸਿਆਣੇ ਡਾਕਟਰ ਆ, ਸਿਆਣੇ ਮਾਂ-ਬਾਪ ਆ, ਉਹ ਸਮਝਾਉਂਦੇ ਆ ਬਈ ਆਪਾਂ ਕੋਈ ਨਾ ਕੋਈ ਸਵਾਦੀ ਜਿਹੀ ਚੀਜ਼ ਬਣਾ ਕੇ, ਦਾਲ ਸਬਜ਼ੀ, ਕੋਈ ਨਾ ਕੋਈ ਆਪਾਂ ਰੋਟੀ, ਕੋਈ ਪਰੌਂਠੀ ਬਣਾ ਕੇ ਬੱਚੇ ਨੂੰ ਉਹਨੂੰ ਟੇਸਟ ਕਰਾਈਏ, ਫਿਰ ਉਹ ਹੌਲੀ ਜਿਹੜਾ ਦੁੱਧ ਛੱਡ ਕੇ ਉੱਧਰ ਲੱਗ ਜਾਂਦਾ। ਪਰ ਅਸੀਂ ਗਲਤ ਚੀਜ਼ਾਂ ਵੱਲ ਪੈ ਜਾਂਦੇ ਹਾਂ ਤੇ ਬੱਚਾ ਮੁੜ ਕੇ ਦੁੱਧ ਵੀ ਛੱਡ ਜਾਂਦਾ, ਰੋਟੀ ਪਾਣੀ ਵੱਲ ਜਾਂਦਾ ਨਹੀਂ ਤੇ ਉਹ ਗਲਤ ਚੀਜ਼ਾਂ ਦੇ ਉੱਤੇ ਲੱਗ ਜਾਂਦਾ। ਓਬਰਾਏ ਸਾਹਿਬ, ਆਪਾਂ ਗੱਲਬਾਤ ਸ਼ੁਰੂ ਹੋਰ ਕਰੀਏ, ਅੱਗੇ ਵਧੀਏ ਪੜਾਅ ਦਰ ਪੜਾਅ। ਉਸ ਤੋਂ ਪਹਿਲਾਂ ਆਪਾਂ ਹੋਮਿਓਪੈਥੀ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸ ਦਈਏ ਕਿ ਹੋਮਿਓਪੈਥੀ ਦੀ ਸ਼ੁਰੂਆਤ ਕਿੱਥੋਂ ਕੁ ਹੁੰਦੀ ਹੈ ਤੇ ਅੱਜ ਕੱਲ੍ਹ ਕਿੰਨੀ ਕੁ ਮਾਡਰਨ ਹੋ ਚੁੱਕੀ ਹੈ ਜਿਹੜੀ ਆ ਹੋਮਿਓਪੈਥੀ, ਕਿਉਂਕਿ ਅਕਸਰ ਲੋਕਾਂ ਵੱਲੋਂ ਸਮਝਿਆ ਜਾਂਦਾ ਕਿ ਹੋਮਿਓਪੈਥੀ ਕੰਮ ਤਾਂ ਕਰਦੀ ਆ ਪਰ ਹੌਲੀ ਕੰਮ ਕਰਦੀ ਹੈ। ਸੋ ਹੋਮਿਓਪੈਥੀ ਦੀ ਥੋੜ੍ਹੀ ਜਿਹੀ ਆਪਾਂ ਸ਼ੁਰੂਆਤੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ। ਡਾਕਟਰ ਸੈਮੂਅਲ ਹੈਨੀਮਨ ਜਰਮਨ ਦੇ ਵਿੱਚ, ਜਿਨ੍ਹਾਂ ਨੇ ਕਿ 18ਵੀਂ ਸਦੀ ਦੇ ਵਿੱਚ ਹੋਮਿਓਪੈਥੀ ਸ਼ੁਰੂ ਕੀਤੀ ਆ, ਤੇ ਉਸ ਤੋਂ ਬਾਅਦ ਜਿਹੜਾ ਉੱਥੇ ਜਰਮਨ ਦੀ ਸਰਕਾਰ ਜਿਹੜੀ ਸੀ, ਉਹਨਾਂ ਨੂੰ ਜਿਹੜੇ ਉੱਥੇ ਮੌਕੇ ਦੇ ਡਾਕਟਰ ਸੀ ਉਹਨਾਂ ਨੇ ਉਹਨਾਂ ਦੇ ਖਿਲਾਫ ਭੜਕਾਇਆ ਤੇ ਉਹਨਾਂ ਨੂੰ ਦੇਸ਼ ਨਿਕਾਲਾ ਵੀ ਦੇ ਦਿੱਤਾ ਸੀਗਾ। ਪਰ ਬਾਅਦ ਦੇ ਵਿੱਚ ਉਹਨਾਂ ਨੂੰ ਸਮਝ ਆਇਆ ਵੀ ਇਹ ਜਿਹੜਾ ਡਾਕਟਰ ਸੀਗਾ ਇਹ ਤਾਂ ਬਹੁਤ ਕੰਮ ਦੀ ਗੱਲ ਕਰ ਗਿਆ ਸਾਡੇ ਸਾਰਿਆਂ ਦੇ ਲਈ, ਤੇ ਫਿਰ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਅੱਜ ਜਿਹੜੀ ਹੋਮਿਓਪੈਥੀ ਹੈਗੀ ਪੂਰੇ ਸੰਸਾਰ ਦੇ ਵਿੱਚ ਬਹੁਤ ਕਾਮਯਾਬ ਹੈ। ਅਸੀਂ ਬਹੁਤ ਇਹੋ ਵੀ ਪੁਰਾਣੀ ਖੋਜ ਆ ਜਿਹੜੀ ਇੰਨੇ ਸਾਲਾਂ ਦੀ ਪੁਰਾਣੀ ਖੋਜ ਆ, ਔਰ ਪੁਰਾਣੀ ਖੋਜ ਦੀਆਂ ਦਵਾਈਆਂ ਹੁਣ ਕੋਈ ਕਹੀਏ ਕੋਈ ਨਵੀਆਂ ਆ ਰਹੀਆਂ, ਨਵੀਆਂ ਨਹੀਂ ਆ ਰਹੀਆਂ, ਪੁਰਾਣੀਆਂ ਹੀ ਦਵਾਈਆਂ। ਉਹਨਾਂ ਪੁਰਾਣੀਆਂ ਦਵਾਈਆਂ ਦੇ ਨਾਲ ਅਸੀਂ ਉਹ ਮਰੀਜ਼ ਜਿਹੜੇ ਕਿ ਬੜੀ ਦੂਰ ਤੱਕ ਇਲਾਜ ਕਰਵਾ ਕੇ ਆਏ ਹੁੰਦੇ ਆ, ਉਹਨਾਂ ਨੂੰ ਆਰਾਮ ਨਹੀਂ ਆ ਰਿਹਾ ਹੁੰਦਾ, ਪਰ ਉਹ ਇਹ ਹੋਮਿਓਪੈਥੀ ਦਵਾਈਆਂ ਲੈਣ ਦੇ ਨਾਲ ਸੀਰੀਅਸ ਤੋਂ ਸੀਰੀਅਸ ਮਰੀਜ਼ ਜਿਹੜੇ ਆ ਅੱਜ ਜਿਹੜੇ ਹੋਮਿਓਪੈਥੀ ਦਵਾਈਆਂ ਨਾਲ ਠੀਕ ਹੋ ਰਹੇ ਆ। ਜੀ, ਹੋਮਿਓਪੈਥੀ ਦਵਾਈਆਂ ਨਾਲ ਠੀਕ ਹੋ ਰਿਹਾ ਲੋਕ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਹੋਮਿਓਪੈਥੀ ਵਾਲੇ ਪਾਸੇ ਨੂੰ ਵੀ ਲੋਕ ਮੋੜਾ ਪਾ ਰਹੇ ਨੇ ਕਿ ਅੰਗਰੇਜ਼ੀ ਦਵਾਈਆਂ ਤੋਂ ਲੋਕ ਕਿਤੇ ਨਾ ਕਿਤੇ ਅੱਕਣਾ ਸ਼ੁਰੂ ਹੋ ਗਏ, ਕਿਉਂਕਿ ਛੋਟੀ ਗੱਲ ਦੇ ਉੱਤੇ ਅਸੀਂ ਦੇਖਦੇ ਕਿ ਹਸਪਤਾਲਾਂ ਦੇ ਵਿੱਚ ਕਈ ਵਾਰੀ ਆਪਰੇਸ਼ਨ ਹੋ ਜਾਂਦੇ ਨੇ। ਤੇ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਨੇ ਇਹ ਚੀਜ਼ ਘਾਟ ਜਿਹੜੀ ਆ ਉਹ ਰੜਕੀ ਵੀ ਇਲਾਜ ਬਿਮਾਰੀ ਕੋਈ ਆ ਤਾਂ ਇਲਾਜ ਕੋਈ ਹੋਰ ਕੀਤਾ ਜਾ ਰਿਹਾ, ਤੇ ਲੋਕਾਂ ਕੋਲ ਇੰਨਾ ਹੁਣ ਪੈਸਾ ਸਰਮਾਏਦਾਰ ਹਰ ਕੋਈ ਨਹੀਂ ਕਿ ਉਹ ਮਹਿੰਗੇ ਹਸਪਤਾਲਾਂ ਵਿੱਚ ਵੱਡੇ ਇਲਾਜ ਕਰਾ ਸਕੇ। ਓਬਰਾਏ ਸਾਹਿਬ, ਬਿਮਾਰੀਆਂ ਜਿਹੜੀਆਂ ਨੇ ਅੱਜ ਕੱਲ੍ਹ ਲੋਕਾਂ ਨੂੰ ਘੇਰਾ ਪਾ ਰਹੀਆਂ ਨੇ ਲਗਾਤਾਰ, ਜਿਵੇਂ ਮਨੁੱਖ ਨੇ ਤਰੱਕੀ ਕੀਤੀ ਹੈ ਉਵੇਂ ਹਸਪਤਾਲਾਂ ਦੇ ਵਿੱਚ, ਛੋਟੀਆਂ ਡਿਸਪੈਂਸਰੀਆਂ ਦੇ ਵਿੱਚ, ਛੋਟੀਆਂ ਕਲੀਨਿਕ ਦੇ ਵਿੱਚ, ਵੱਡੇ ਹਸਪਤਾਲਾਂ ਦੇ ਵਿੱਚ, ਸਰਕਾਰੀ ਗੈਰ ਸਰਕਾਰੀ ਹਸਪਤਾਲਾਂ ਦੇ ਵਿੱਚ, ਦਵਾਈਆਂ ਦੀਆਂ ਦੁਕਾਨਾਂ ਦੇ ਉੱਤੇ, ਯਾਨੀ ਕਿ ਸਿਹਤ ਨਾਲ ਜੁੜੀ ਹਰ ਦੁਕਾਨ, ਹਰ ਸ਼ੈ, ਹਰ ਇਮਾਰਤ ਦੇ ਵਿੱਚ ਭੀੜ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ। ਕਾਰਨ ਕੀ ਮੰਨਦੇ ਹੋ? ਕਿੱਥੇ ਕਮੀ ਕਿੱਥੇ ਆ, ਕਿੱਥੇ ਗੈਪ ਰਹਿ ਰਿਹਾ ਹੈ? ਦੇਖੋ, ਇਹ ਜਿਹੜਾ ਹੈ ਬਹੁਤ ਚੰਗਾ ਸਵਾਲ ਤੁਸੀਂ ਕੀਤਾ। ਇੱਕ ਤੇ ਸਾਡਾ ਜਿਹੜਾ ਰਹਿਣ ਸਹਿਣ ਆ ਉਹਦੇ ਵਿੱਚ ਬਹੁਤ ਫਰਕ ਆ ਗਿਆ, ਤੇ ਸਾਡੀ ਐਕਸਰਸਾਈਜ਼ ਬਹੁਤ ਘਟ ਗਈ ਆ ਜੀ, ਜਿਹੜੀ ਕਿ ਆਟੋਮੈਟਿਕਲੀ ਪਹਿਲਾਂ ਹੋਇਆ ਕਰਦੀ ਸੀਗੀ, ਕਿਉਂਕਿ ਘਰ ਦੇ ਕੰਮ ਜਿਹੜੇ ਆ ਉਹ ਲੇਡੀਜ਼ ਆਪ ਕਰਦੀਆਂ ਸੀ। ਬਹੁਤ ਸਾਰੇ ਕੰਮ ਜਿਹੜੇ ਕਰਨੇ ਆ, ਚੱਕੀ ਪੀਸਣੀ, ਨਲਕੇ ਚਲਾਉਣੇ ਆ, ਜਾਂ ਖੂਹਾਂ 'ਚੋਂ ਪਾਣੀ ਭਰਨਾ, ਸਾਰਾ ਕੰਮ ਮਸ਼ੀਨੀ ਹੋ ਗਿਆ, ਜਾਂ ਕੱਪੜੇ ਧੋਣੇ ਆ, ਜਾਂ ਸਾਰਾ ਕੁਛ ਆ। ਔਰ ਉਹਦੇ ਵਿੱਚ ਉਹ ਐਕਸਰਸਾਈਜ਼ ਦੇ ਨਾਲ ਜਿਹੜਾ ਉਹ ਬੰਦਾ ਬਹੁਤ ਫਿੱਟ ਰਹਿੰਦਾ ਸੀ, ਉਹ ਹੋ ਗਿਆ। ਬਾਕੀ ਜਿਹੜਾ ਖਾਣ ਪੀਣ ਸਾਡਾ ਹੈਗਾ ਉਹ ਅੱਜ ਕੱਲ੍ਹ ਨੇਚਰ ਨਾਲੋਂ ਬਹੁਤ ਟੁੱਟ ਗਿਆ ਹੈ। ਬਹੁਤ ਸਾਰੇ ਕੈਮੀਕਲ ਜਿਹੜੇ ਇਸਤੇਮਾਲ ਕੀਤੇ ਜਾਂਦੇ ਆ, ਔਰ ਖਾਣ ਵਾਲੀਆਂ ਚੀਜ਼ਾਂ 'ਚ ਬਹੁਤ ਸਾਰੇ ਕੈਮੀਕਲ ਜਿਹੜੇ ਸਾਨੂੰ ਮਿਕਸ ਹੋ ਕੇ ਮਿਲ ਰਹੇ ਆ। ਕੋਈ ਚਾਹੇ ਫਰੂਟ ਪਕਾਉਣ ਦੇ ਲਈ ਵਰਤੇ ਜਾਂਦੇ ਆ,
ਚਾਹੇ ਕਿ ਕੀਟਨਾਸ਼ਕ ਵਰਤੇ ਜਾਂਦੇ ਆ, ਚਾਹੇ ਕਿ ਯੂਰੀਆ ਵਗੈਰਾ ਖਾਦਾਂ ਵਰਤੀਆਂ ਜਾਂਦੀਆਂ, ਤਾਂ ਉਹ ਇੱਕ ਢਿੱਡ ਭਰ ਨਹੀਂ ਰਹਿ ਗਿਆ। ਉਹਨਾਂ ਨਾਲ ਜੇ ਅਸੀਂ ਸੋਚੀਏ ਕੋਈ ਸਾਡੀ ਸਿਹਤ ਨੂੰ ਫਾਇਦਾ ਹੁੰਦਾ, ਸਿਹਤ ਨੂੰ ਫਾਇਦਾ ਨਹੀਂ ਹੁੰਦਾ। ਉਹਨਾਂ ਨਾਲ ਸਾਡੇ ਅੰਦਰੋਂ ਨੁਕਸਾਨ ਹੋ ਜਾਂਦੇ ਆ, ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ। ਦੂਸਰਾ ਜਿਹੜਾ ਅੱਜ ਇੱਕ ਬਹੁਤ ਵੱਡਾ ਮਸਲਾ ਜਿਹਦੇ ਨਾਲ ਲੋਕ ਬਿਮਾਰ ਹੋ ਰਹੇ ਆ, ਉਹ ਹੈਗਾ ਲੋਕਾਂ ਦਾ ਮਾਨਸਿਕ ਸੰਤੁਲਨ ਜਿਹੜਾ ਇਸ ਵੇਲੇ ਆ ਉਹ ਠੀਕ ਨਹੀਂ। ਤੋ ਇਹ ਜੋ ਹੈ ਕੱਲ੍ਹ ਜਿਹੜਾ ਮਾਨਸਿਕ ਸਿਹਤ ਦਿਵਸ ਸੀਗਾ, ਅਤੇ ਉਸਦੇ ਸੰਬੰਧ ਦੇ ਵਿੱਚ ਕਾਫੀ ਸੈਮੀਨਾਰ ਹੋਏ ਆ, ਸਾਰੇ ਸੰਸਾਰ ਦੇ ਵਿੱਚ ਮਨਾਇਆ ਗਿਆ। ਔਰ ਅੱਜ ਦਾ ਇਹ ਬਹੁਤ ਵੱਡਾ ਇੱਕ ਮਾਨਸਿਕ ਸਿਹਤ ਦਾ ਮਸਲਾ ਹੋ ਗਿਆ। ਮੇਰੇ ਕੋਲ ਜੇਕਰ 10 ਮਰੀਜ਼ਾਂ ਦੇ ਵਿੱਚੋਂ 9 ਮਰੀਜ਼ਾਂ ਦਾ ਬਿਮਾਰੀ ਦਾ ਕਾਰਨ ਜਿਹੜਾ ਉਹ ਮਾਨਸਿਕ ਹੁੰਦਾ। 9 ਮਰੀਜ਼ ਜਿਹੜੇ ਆ ਉਹਨਾਂ ਦਾ ਬਿਮਾਰੀ ਦਾ ਕਾਰਨ ਮਾਨਸਿਕ ਹੁੰਦਾ। ਉਹ ਆਪ ਨਹੀਂ ਮੰਨਦੇ ਵੀ ਮਾਨਸਿਕ ਸਾਡਾ ਕਾਰਨ ਹੈ, ਔਰ ਉਹ ਕਹਿੰਦੇ ਦੇਖੋ ਜੀ ਸਾਡੇ ਬੱਚੇ ਸੈੱਟ ਹੈਗੇ ਆ, ਸਾਰਾ ਕੁਝ ਠੀਕ ਆ, ਕੋਠੀ ਬਹੁਤ ਵੱਡੀ ਆ, ਗੱਡੀ ਬੜੀ ਵੱਡੀ ਆ, ਸਾਨੂੰ ਕਿਸੇ ਕਿਸਮ ਦੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਟੈਨਸ਼ਨ ਨਹੀਂ ਆ, ਤਾਂ ਇਹ ਮਾਨਸਿਕ ਦਾ ਸਾਡਾ ਕਾਰਨ ਹੈ ਨਹੀਂ ਆ। ਪਰ ਉੱਥੇ ਗੱਲ ਆ ਜਾਂਦੀ ਆ ਬਈ ਬੱਚੇ ਤਾਂ ਹੈ ਨਹੀਂ ਗੇ ਕੋਲ, ਪਰਿਵਾਰ ਹੈ ਨਹੀਂ ਕੋਲ, ਇਹ ਇਕੱਲੇ ਰਹਿ ਰਹੇ ਆ। ਕੋਈ ਜਿਹੜਾ ਤਾਂ ਕਪਲ ਹੈ ਉਹ ਕਪਲ ਰਹਿ ਰਿਹਾ, ਜਾਂ ਕੋਈ ਸਿੰਗਲ ਹੈਗਾ ਤਾਂ ਉਹ ਸਿੰਗਲ ਹੀ ਰਹਿ ਰਿਹਾ, ਉਹਦੇ ਕਰਕੇ ਪ੍ਰੋਬਲਮ 'ਚ ਹੈ। ਕੋਈ ਲੇਡੀਜ਼ ਹੈ ਉਹ ਜਿਹੜੀਆਂ ਉਹਨਾਂ ਦੇ ਹਸਬੈਂਡ ਆ ਕੋਈ ਬਾਹਰ ਗਏ ਆ, ਉਹ ਇੱਥੇ ਇਕੱਲੀਆਂ ਰਹਿ ਰਹੀਆਂ, ਉਹਨਾਂ ਦੇ ਬੱਚਿਆਂ ਨੂੰ ਵੀ ਇਮੋਸ਼ਨਲ ਪ੍ਰੋਬਲਮ ਆਉਂਦੀਆਂ, ਉਹਨਾਂ ਨੂੰ ਆਪ ਨੂੰ ਵੀ ਆਉਂਦੀਆਂ। ਇਹ ਲੋਨਲੀਨੈਸ ਜਿਹੜਾ ਹੈਗਾ, ਇਕੱਲਾਪਣ ਜਿਹੜਾ ਇੱਕ ਵੱਡਾ ਕਾਰਨ ਅੱਜ ਜਿਹੜਾ ਆ ਮਾਨਸਿਕ ਸਿਹਤ ਦੇ ਉੱਤੇ ਬਹੁਤ ਪੈ ਰਿਹਾ। ਤੇ ਚਾਹੀਦਾ ਇਹੀ ਆ ਬੰਦਾ ਜਿਹੜਾ ਇਕੱਲਾ ਰਹਿੰਦਾ ਆ ਉਹਨੂੰ ਆਪਣੇ ਕੁਛ ਰਜੀਵੇਂ ਇੱਦਾਂ ਦੇ ਬਣਾ ਲੈਣੇ ਚਾਹੀਦੇ ਵੀ ਉਹ ਇਕੱਲਾਪਣ ਉਹਨੂੰ ਤਕਲੀਫ ਨਾ ਦੇ। ਹੁਣ ਪੁਰਾਣੇ ਸਮਿਆਂ ਦੇ ਵਿੱਚ ਤੇ ਇਦਾਂ ਦੀ ਪ੍ਰੋਬਲਮ ਨਹੀਂ ਸੀ, ਕਿਉਂਕਿ ਸੰਯੁਕਤ ਪਰਿਵਾਰ ਸੀਗੇ। ਉਹਦੇ ਵਿੱਚ ਜੇਕਰ ਇੱਕ ਵਾਈਫ ਹੈ, ਉਹਦਾ ਹਸਬੈਂਡ ਫੌਜੀ ਆ ਜਾਂ ਕਿਤੇ ਬਾਹਰਲੀ ਕੰਟਰੀ 'ਚ ਗਿਆ ਆ, ਤੇ ਉਸ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਕਿਉਂਕਿ ਦੇਰ ਜੇਠ ਤੇ ਹੋਰ ਸਾਰਾ ਪਰਿਵਾਰ ਉਹਦੇ ਕੋਲ ਹੁੰਦਾ ਹੈਗਾ। ਤੇ ਉਹ ਲੋੜ ਪੈਂਦੀ ਸੀ ਤੇ ਆਵਾਜ਼ ਮਾਰਦੀ ਸੀ ਤਾਂ ਫਟਾਫਟ ਬੱਚੇ ਚਾਚੀ ਤਾਈ ਕਰਦਿਆਂ ਆ ਜਾਂਦੇ ਸੀ, ਉਹਦਾ ਜੋ ਵੀ ਹੁਕਮ ਹੁੰਦਾ ਸੀ ਮੰਨਦੇ ਸੀ। ਅੱਜ ਜਿਹੜਾ ਨਿਊਕਲੀਅਰ ਫੈਮਲੀਆਂ ਹੋ ਗਈਆਂ, ਕਲੋਨੀਆਂ ਦੇ ਵਿੱਚ ਘਰ ਹੋ ਗਏ ਆ, ਆਪਸੀ ਸਾਂਝ ਮੁੱਕ ਗਈ ਆ। ਔਰ ਸਾਂਝ ਮੁੱਕਣ ਕਰਕੇ ਹੀ ਬਹੁਤ ਵੱਡਾ ਮਸਲਾ ਹੋਇਆ। ਪਹਿਲਾਂ ਦਰਵਾਜ਼ੇ ਖੁੱਲ੍ਹੇ ਰਹਿੰਦੇ ਸੀਗੇ, ਘਰਾਂ ਦੇ ਦਰਵਾਜ਼ੇ, ਤੇ ਕੋਈ ਵੀ ਘਰ ਦੇ ਵਿੱਚ ਦਰਵਾਜ਼ਾ ਮਾੜਾ ਜਿਹਾ ਖੜਕਾ ਕੇ ਹਾਂਜੀ ਚਾਚੀ ਤਾਈ ਕਰਦਾ ਆ ਜਾਂਦਾ ਹੈਗਾ। ਤੇ ਲੋਕਾਂ ਦਾ ਮੇਲ ਮਿਲਾਪ ਬਹੁਤ ਸੀਗਾ, ਇੱਥੋਂ ਤੱਕ ਕਿ ਬੱਚੇ ਜਿਹੜੇ ਸੀਗੇ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਖਾਣਾ ਖਾ ਲੈਂਦੇ ਸੀਗੇ। ਤਾਂ ਕਿਸੇ ਕਿਸਮ ਦਾ ਸਾਂਝ ਇੰਨੀ ਜ਼ਿਆਦਾ ਸੀ, ਉਹਦੇ ਕਰਕੇ ਜਿਹੜੀ ਮਾਨਸਿਕ ਤੌਰ 'ਤੇ ਬੰਦਾ ਤੰਦਰੁਸਤ ਰਹਿੰਦਾ ਸੀ। ਜਿਹੜਾ ਮਾਨਸਿਕ ਤੰਦਰੁਸਤ ਹੈ ਉਹਦਾ ਫਿਰ ਸਰੀਰ ਵੀ ਤੰਦਰੁਸਤ ਹੀ ਰਹਿੰਦਾ। ਸਰੀਰ ਨੂੰ ਬਿਮਾਰੀਆਂ ਵੀ ਉਸੇ ਵੇਲੇ ਲੱਗਦੀਆਂ ਜਿਸ ਵੇਲੇ ਤੁਹਾਡਾ ਮਾਨਸਿਕ ਸੰਤੁਲਨ ਠੀਕ ਨਹੀਂ ਹੁੰਦਾ। ਬਿਲਕੁਲ ਤੁਹਾਡੀ ਗੱਲ ਸਹੀ, ਕਿਉਂਕਿ ਅੱਜ ਕੱਲ੍ਹ ਘਰ ਛੋਟੇ ਹੋ ਗਏ ਆ, ਬਿਲਕੁਲ ਤੰਗ ਹੋ ਗਏ ਆ। ਸ਼ਹਿਰਾਂ ਦੇ ਵਿੱਚ ਆ ਗਿਆ, ਗਲੀ ਦੇ ਉੱਤੇ ਗੇਟ ਹੁੰਦਾ ਅਤੇ ਬੰਦਾ ਪਿੱਛੇ ਬਿਲਕੁਲ ਹਨੇਰੇ ਜਿਹੇ ਕਮਰੇ ਦੇ ਵਿੱਚ ਰਿਹਾਇਸ਼ ਹੁੰਦੀ ਹੈ। ਅਤੇ ਅਬਰਾਜ ਸਾਹਿਬ ਨਾਲ ਦੀ ਨਾਲ ਗੱਲ ਕਰ ਲਈਏ, ਹੁਣ ਮੌਸਮ ਜਿਹੜਾ ਉਹ ਬਦਲਣਾ ਸ਼ੁਰੂ ਹੋ ਗਿਆ। ਅਸੀਂ ਮਾਨਸਿਕ ਤਣਾਅ ਦੇ ਅਤੇ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਦਵਾਈਆਂ ਦੀ ਵੀ ਗੱਲ ਕਰਾਂਗੇ, ਇਲਾਜ ਦੀ ਵੀ ਗੱਲ ਕਰਾਂਗੇ। ਅਬਰਾਜ ਸਾਹਿਬ ਹੁਣ ਮੌਸਮ ਚੇਂਜ ਹੋ ਰਿਹਾ, ਬੁਖਾਰ ਅਤੇ ਪੇਟ ਖਰਾਬ ਬਹੁਤ ਲੋਕਾਂ ਦਾ ਹੋ ਰਿਹਾ, ਅਤੇ ਬਹੁਤ ਸਾਰੇ ਸਵਾਲਾਤ ਸਾਨੂੰ ਵੀ ਆਏ ਸੀਗੇ, ਬਹੁਤ ਦਰਸ਼ਕਾਂ ਨੇ ਕਿਹਾ ਕਿ ਸਵਾਲ ਡਾਕਟਰ ਸਾਹਿਬ ਨੂੰ ਜ਼ਰੂਰ ਪੁੱਛਣਾ। ਲੋਕ ਹੁਣ ਕਨਫਿਊਜ਼ਨ ਹੋ ਗਏ, ਇੱਕ ਪੰਜਾਬੀ 'ਚ ਆਪਾਂ ਕਹਿ ਲੈਂਦੇ ਵੀ ਕਿ ਭੰਬਲ ਭੂਸਾ ਪੈ ਗਿਆ। ਅੱਗੇ ਹੁੰਦਾ ਸੀ ਕਿ ਠੀਕ ਆ ਸਿਆਲ ਚੜ੍ਹਿਆ ਅਤੇ ਮੌਸਮੀ ਬੁਖਾਰ ਹੈ, ਖੰਘ ਹੋ ਗਈ, ਗਲਾ ਖਰਾਬ ਹੋ ਗਿਆ ਜਾਂ ਪੇਟ ਖਰਾਬ ਹੋ ਗਿਆ। ਹੁਣ ਲੋਕ ਇਹ ਪਛਾਣ ਕਿਵੇਂ ਕਰਨ ਕਿ ਇਹ ਡੇਂਗੂ ਹੈ, ਇਹ ਟੈਸਟ ਕਿਹੜਾ ਕਰਵਾਉਣ ਕਿ ਇਹ ਕੋਵਿਡ ਹੈ ਜਾਂ ਇਹ ਸੀਜ਼ਨਲ ਬੁਖਾਰ ਹੈ, ਜਾਂ ਕਈ ਪ੍ਰਕਾਰ ਦੇ ਬੁਖਾਰ ਆ ਗਏ। ਮਰੀਜ਼ ਨੂੰ ਅਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਸਮਝ ਨਹੀਂ ਆਉਂਦੀ ਕਿ ਆਖਰ ਟੈਸਟ ਕਿਹੜਾ ਕਰਾਈਏ ਅਤੇ ਬੁਖਾਰ ਕਿਹੜਾ ਹੈ। ਇਸ ਕਰਕੇ ਲੋਕ ਬੜੀ ਛੇਤੀ ਘਬਰਾਉਣ ਵੀ ਲੱਗ ਜਾਂਦੇ ਆ। ਕਿੱਦਾਂ ਦੇਖਦੇ ਹੋ ਅਤੇ ਕੀ ਕਹਿਣਾ ਚਾਹੋਗੇ? ਇਸ ਵਾਰ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਇੰਨਾ ਜਿਹੜਾ ਮਰੀਜ਼ ਹੈ ਉਹ ਡੇਂਗੂ ਤੋਂ ਪ੍ਰਭਾਵਿਤ ਨਹੀਂ ਹੈ, ਪਰ ਜੇ ਕਹੀਏ ਬਿਲਕੁਲ ਨਹੀਂ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਆ। ਬਹੁਤ ਸਾਰੇ ਮਰੀਜ਼ ਅੱਜ ਵੀ ਸਾਡੇ ਕੋਲ 10-15 ਪੇਸ਼ੈਂਟ ਜਿਹੜੇ ਰੋਜ਼ਾਨਾ ਹੀ ਆਉਂਦੇ ਆ ਜਿਨ੍ਹਾਂ ਦੇ ਡੇਂਗੂ ਪੋਜ਼ੀਟਿਵ ਆ। ਹੁਣ ਵੀ ਮੇਰੇ ਕੋਲ ਪੇਸ਼ੈਂਟ ਆਏ ਸੀ ਡੇਂਗੂ ਪੋਜ਼ੀਟਿਵ ਵਾਲੇ। ਜੀ, ਤੋ ਭਾਵ ਇਹ ਆ ਵੀ ਇੱਕ ਤਾਂ ਡੇਂਗੂ ਵੀ ਇੱਕ ਕਾਰਨ ਹੈਗਾ, ਇੱਕ ਵਾਇਰਲ ਵੀ ਕਾਰਨ ਹੈਗਾ। ਵਾਇਰਲ ਨਾਲ ਵੀ ਲੋਕਾਂ ਨੂੰ ਖੰਘ, ਰੇਸ਼ਾ, ਜ਼ੁਕਾਮ, ਇਹ ਵੀ ਪੇਸ਼ੈਂਟ ਜਿਹੜੇ ਆ 15-20 ਪੇਸ਼ੈਂਟ ਰੋਜ਼ਾਨਾ ਹੀ ਆਉਂਦੇ ਆ। ਔਰ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈਗੀ ਆ ਉਹ ਇਹਨਾਂ ਦਿਨਾਂ ਦੇ ਵਿੱਚ ਅਕਸਰ ਜਿਹੜੇ ਬਿਮਾਰ ਹੁੰਦੇ ਆ, ਉਹ ਵੀ ਉਹਨਾਂ ਦਾ ਵੀ ਨੰਬਰ ਇਸ ਵੇਲੇ ਲੱਗਾ ਹੋਇਆ, ਉਹ ਵੀ ਬਿਮਾਰ ਹੋ ਗਏ ਆ। ਅਤੇ ਵਾਇਰਲ ਇਨਫੈਕਸ਼ਨ ਦੇ ਵਿੱਚ ਜਿਹੜਾ ਪੇਟ ਖਰਾਬ ਹੋ ਜਾਂਦਾ ਅਕਸਰ, ਅਤੇ ਉਹ ਪੇਟ ਖਰਾਬ ਵਾਲੇ ਵੀ ਜਿਹੜੇ ਆ ਪੇਸ਼ੈਂਟ ਆ ਸਾਡੇ ਕੋਲ ਆ ਰਹੇ ਆ। ਬਾਕੀ ਖਾਣ ਪੀਣ ਜਿਹੜਾ ਗਲਤ ਹੁੰਦਾ ਉਹਦੇ ਨਾਲ ਵੀ ਫਿਰ ਪੇਟ ਖਰਾਬ ਹੋ ਰਿਹਾ ਲੋਕਾਂ ਦਾ।
ਤੇ ਪਛਾਣ ਕਰਕੇ ਲੋਕ ਸਭ ਤੋਂ ਪਹਿਲਾਂ ਜੇ ਬੁਖਾਰ ਚੜ੍ਹਦਾ ਤਾਂ ਟੈਸਟ ਕੀ ਕਰਵਾਉਣ ਜਾਂ ਦਵਾਈ ਲੈਣ, ਕੀ ਕਰਨ? ਸਭ ਤੋਂ ਪਹਿਲਾਂ ਘਰੇਲੂ ਨੁਕਤੇ ਕੀ ਅਪਣਾ ਸਕਦੇ ਨੇ ਤੇ ਟੈਸਟ ਕਿਹੜੇ ਕਰਵਾ ਸਕਦੇ ਨੇ? ਘਰੇਲੂ ਨੁਕਤਿਆਂ ਦੇ ਵਿੱਚ ਤਾਂ ਜਿਹੜਾ ਹੈਗਾ ਵੀ ਅਸੀਂ ਜਿਵੇਂ ਹੁਣ ਕਿਸੇ ਨੂੰ ਰੇਸ਼ਾ ਜ਼ੁਕਾਮ ਜਾਂ ਕੁਛ ਹੋ ਜਾਂਦਾ ਤਾਂ ਉਹਦੇ ਲਈ ਆਪਣੇ ਘਰ ਦੇ ਵਿੱਚ ਤੇ ਅਸੀਂ ਜਿਹੜਾ ਦਲੀਆ ਖਾ ਸਕਦੇ ਬਣਾ ਕੇ, ਦਲੀਆ ਉਹਦੇ ਲਈ ਬਹੁਤ ਚੰਗਾ। ਜਾਂ ਫਿਰ ਬੇਸਣ ਦਾ ਜਿਹੜਾ ਕੜਾਹ ਬਣਾ ਕੇ ਖਾ ਸਕਦੇ ਹਾਂ ਅਸੀਂ। ਜੇ ਕਿਸੇ ਨੂੰ ਪਿਸ਼ਾਬ ਬਹੁਤ ਪੀਲਾ ਆ ਰਿਹਾ, ਰੇਸ਼ਾ ਜ਼ੁਕਾਮ ਬੇਸ਼ੱਕ ਹੋਇਆ, ਬਲਗਮ ਵੀ ਬਹੁਤ ਆ ਰਹੀ ਹੈ, ਉਹਦੇ ਬਾਵਜੂਦ ਵੀ ਉਸ ਨੂੰ ਮਿੱਠੀ ਲੱਸੀ ਜਾਂ ਦਹੀਂ ਦੇ ਵਿੱਚ ਸ਼ੱਕਰ ਪਾ ਕੇ ਜਾਂ ਲੱਸੀ ਦੇ ਵਿੱਚ ਸ਼ੱਕਰ ਪਾ ਕੇ ਪੀਣੀ ਚਾਹੀਦੀ ਆ, ਕਿਉਂਕਿ ਗਰਮੀ ਹੋਣ ਦੇ ਨਾਲ ਵੀ ਪ੍ਰੋਬਲਮ ਆਉਂਦੀ ਹੈ। ਤੋ ਇਹ ਹੈ। ਬਾਕੀ ਇਲਾਜ ਜਿਹੜਾ ਉਹਦੇ ਵਿੱਚ ਇਹ ਆ ਵੀ ਜੇ ਤੁਹਾਡਾ ਡਾਇਗਨੋਜ਼ ਕਰਾਉਣਾ ਤੁਸੀਂ, ਉਹਦੇ ਲਈ CBC ਦਾ ਟੈਸਟ ਜਿਹੜਾ ਕੰਪਲੀਟ ਉਹ ਆਪਾਂ ਕਰਵਾਇਆ ਕਰੀਏ। ਕਈ ਲੋਕ ਇਕੱਲਾ ਸਿੰਗਲ ਪਲੇਟਲੈਟਸ ਕਰਾ ਲੈਂਦੇ ਆ, ਉਹਦਾ ਫਿਰ ਪੂਰੀ ਤਰ੍ਹਾਂ ਸਮਝ ਨਹੀਂ ਆਉਂਦਾ। ਸਮੇਂ ਸਿਰ ਜੇ ਟੈਸਟ ਪੂਰਾ ਟੈਸਟ ਕਰਵਾ ਲਿਆ ਜਾਵੇ, ਜਿਹੜਾ ਟੈਸਟ ਕਰਾ ਲਿਆ ਜਾਵੇ, ਬੁਖਾਰ ਵਿਗੜਨ ਤੋਂ ਜਾਂ ਵਧਣ ਤੋਂ ਪਹਿਲਾਂ ਰੁਕਿਆ ਪਤਾ ਲੱਗ ਜਾਂਦਾ। ਬਾਕੀ ਇਹ ਆ ਵੀ ਪਿਛਲੇ ਸਮੇਂ 'ਚ ਅਸੀਂ ਦੇਖਿਆ ਵੀ ਡੇਂਗੂ ਜਿਹੜਾ ਉਹ ਕਈ ਔਰਗਨਸ ਦੇ ਉੱਤੇ ਅਸਰ ਕਰ ਰਿਹਾ। ਉਹਦੇ ਦੇਖਿਆ ਰਿਜ਼ਲਟ ਜਿਹੜੇ ਆ ਵੀ ਲੀਵਰ ਦੇ ਉੱਤੇ ਅਸਰ ਦੇਖਿਆ, ਕਿਡਨੀਜ਼ 'ਤੇ ਦੇਖਿਆ, ਇੱਥੋਂ ਤੱਕ ਕਿ ਪੈਂਕਰੀਆਜ਼ 'ਤੇ ਵੀ ਦੇਖਿਆ। ਜਿਨ੍ਹਾਂ ਦੀ ਸ਼ੂਗਰ ਕਦੀ ਨਹੀਂ ਸੀ ਹੋਈ, ਉਹਨਾਂ ਦੀ 300-400 ਸ਼ੂਗਰ ਹੋ ਗਈ ਜਦੋਂ ਉਹਨਾਂ ਨੂੰ ਬੁਖਾਰ ਇਹ ਹੋਇਆ। ਅਤੇ ਇੱਕ ਜਿਹੜਾ ਪਿਛਲੇ ਸਾਲ 'ਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਲੋਕਾਂ ਨੂੰ ਆਈ ਹੈ, ਉਹ ਇਹ ਆਈ ਆ ਵੀ ਉਹਨਾਂ ਦਾ ਇਲਾਜ ਨਹੀਂ ਕਰਵਾਇਆ ਉਹਨਾਂ ਨੇ। ਉਹਨਾਂ ਦੀ ਜਿਹੜੀ ਅੰਦਰੋਂ ਰੋਗ ਦੀ ਜੜ ਨਹੀਂ ਗਈ, ਉਹਦੇ ਕਰਕੇ ਉਹਨਾਂ ਦੇ ਸਰੀਰ ਦੇ ਵਿੱਚ ਜਕੜਨ ਔਰ ਸਰੀਰ ਦੇ ਵਿੱਚ ਦਰਦਾਂ ਬਹੁਤ ਹੋਈਆਂ। ਔਰ ਐਸੇ ਸਾਡੇ ਕੋਲ ਰੋਜ਼ ਦੇ 50-60 ਮਰੀਜ਼ ਆਉਂਦੇ ਰਹੇ ਆ, ਅਤੇ ਉਹਨਾਂ ਨੂੰ ਜਿਹੜਾ ਪ੍ਰੋਪਰ ਫਿਰ ਹੋਮਿਓਪੈਥੀ ਇਲਾਜ ਦਿੱਤਾ ਗਿਆ ਤਾਂ ਉਹ ਠੀਕ ਹੋਏ ਆ। ਹਾਂ, ਇਹਨਾਂ ਬੰਦਿਆਂ ਦਾ ਜਾਂ CRP ਵਧਿਆ ਵੀ ਦੇਖਿਆ ਗਿਆ, ESR ਵਧਿਆ ਦੇਖਿਆ ਗਿਆ, ਜਾਂ ਯੂਰਿਕ ਐਸਿਡ ਵਧਿਆ ਦੇਖਿਆ ਗਿਆ। ਇਹ ਇੱਦਾਂ ਦੀਆਂ ਪ੍ਰੋਬਲਮ ਪਲੱਸ ਜਿਹੜਾ ਇਹ ਡੇਂਗੂ ਹੋ ਜਾਂਦਾ ਜਾਂ ਚਿਕਨਗੁਨੀਆ ਹੋ ਜਾਂਦਾ, ਇਹਦਾ ਇਹ ਸਾਈਡ ਇਫੈਕਟ ਹੋ ਜਾਂਦਾ ਵੀ ਉਹਦੇ ਸਰੀਰ 'ਚੋਂ ਦਰਦਾਂ ਨਹੀਂ ਜਾਂਦੀਆਂ, ਸਾਲਾਂ ਵੱਧੀ ਨਹੀਂ ਜਾਂਦੀਆਂ। ਅੱਜ ਤੱਕ ਵੀ ਪਿਛਲੇ ਸਾਲ ਵਾਲੇ ਜਿਹੜੇ ਮਰੀਜ਼ ਆ ਰੋਜ਼ਾਨਾ ਹੀ 1-2 ਆਉਂਦੇ ਆ ਵੀ ਸਾਨੂੰ ਹੋਇਆ ਸੀ ਬੁਖਾਰ, ਉਦੋਂ ਦੀਆਂ ਦਰਦਾਂ ਨਹੀਂ ਠੀਕ ਹੋ ਰਹੀਆਂ। ਤੇ ਹੋਮਿਓਪੈਥੀ ਦਵਾਈ ਐਸੀ ਹੈਗੀ ਆ ਜਿਹੜੀ ਅੰਦਰੋਂ ਪੂਰੇ ਟੌਕਸਿਨਸ ਜਿਹੜੇ ਹੈਗੇ ਆ ਉਹ ਸਾਰੇ ਜਿਹੜੇ ਉਹ ਨਿਕਲ ਜਾਂਦੇ ਆ ਅਤੇ ਮਰੀਜ਼ ਜਿਹੜਾ ਉਹ ਠੀਕ ਹੋ ਜਾਂਦਾ। ਇੱਕ ਅਬਰਾਜ ਸਾਹਿਬ, ਹੋਮਿਓਪੈਥੀ ਦਵਾਈਆਂ ਨੂੰ ਲੈ ਕੇ ਬੜਾ ਇੱਕ ਲੋਕਾਂ ਦੇ ਵਿੱਚ ਹੈ ਕਿ ਇਲਾਜ ਤਾਂ ਠੀਕ ਹੈ ਹੋਮਿਓਪੈਥੀ ਦਾ, ਬਹੁਤ ਲੋਕ ਭਰੋਸਾ ਕਰ ਵੀ ਰਹੇ ਨੇ, ਨਵੇਂ ਲੋਕ ਵੀ ਭਰੋਸਾ ਕਰਨ ਲੱਗ ਗਏ, ਪਰ ਵੀ ਹੌਲੀ ਬਹੁਤ ਇਲਾਜ ਹੁੰਦਾ ਹੋਮਿਓਪੈਥਿਕ ਦੇ ਵਿੱਚ। ਅਤੇ ਕਈ ਇਹ ਵੀ ਵਹਿਮ ਕਰਦੇ ਜਿਹੜੇ ਸ਼ਾਕਾਹਾਰੀ ਨੇ, ਜਿਹੜੇ ਪੈਗ ਸ਼ੈਗ ਨਹੀਂ ਲਾਉਂਦੇ, ਜੇ ਮੈਂ ਸਿੱਧੀ ਗੱਲ ਕਰਾਂ, ਉਹ ਕਹਿੰਦੇ ਜਿਹਦੇ ਵਿੱਚ ਅਲਕੋਹਲ ਹੁੰਦੀ ਹੈ, ਇਸ ਕਰਕੇ ਅਸੀਂ ਹੋਮਿਓਪੈਥੀ ਲੈਣਾ ਤਾਂ ਚਾਹੁੰਦੇ ਹਾਂ ਪਰ ਅਲਕੋਹਲ ਕਰਕੇ ਨਹੀਂ ਅਸੀਂ ਲੈ ਰਹੇ। ਉਹਨਾਂ ਨੂੰ ਕੀ ਰਾਏ ਦੇਣਾ ਚਾਹੁੰਦੇ? ਅਲਕੋਹਲ ਦੀ ਕੋਈ ਐਸੀ ਗੱਲ ਨਹੀਂ ਹੈਗੀ, ਇਹ ਐਡੀ ਨਹੀਂ ਹੁੰਦਾ। ਅਲਕੋਹਲ ਉਸੇ ਵੇਲੇ ਤੁਹਾਡੇ ਲਈ ਹਾਨੀਕਾਰਕ ਹੈ ਜਿਸ ਵੇਲੇ ਤੁਸੀਂ ਪੈਗਾਂ ਦੇ ਹਿਸਾਬ ਨਾਲ ਪੀਂਦੇ ਆ। ਉਵੇਂ ਜੇ ਤੁਹਾਡੇ ਅੰਦਰ 2-4 ਬੂੰਦਾਂ ਜੇ ਕਿਤੇ ਅਲਕੋਹਲ ਦੀਆਂ ਚਲੀਆਂ ਵੀ ਜਾਣ ਤਾਂ ਉਹਦਾ ਕੋਈ ਐਸਾ ਨਹੀਂ ਆ ਵੀ ਉਹਦਾ ਕੋਈ ਸਾਈਡ ਇਫੈਕਟ ਹੋਣਾ ਜਾਂ ਉਸਨੇ ਕੋਈ ਮਸਲਾ ਕਰਨਾ। ਅਤੇ ਦੂਸਰਾ ਇਹ ਹੈ ਵੀ ਹੋਮਿਓਪੈਥੀ ਦਵਾਈਆਂ ਦਾ ਅਸਰ ਜਿਹੜਾ ਆ ਉਹ ਇੱਕਦਮ ਹੁੰਦਾ, ਜਿੰਨਾ ਇੱਕ ਟੀਕੇ ਦਾ ਨਹੀਂ ਹੁੰਦਾ, ਉਹਦੇ ਤੋਂ ਪਹਿਲਾਂ ਹੋਮਿਓਪੈਥੀ ਦਵਾਈ ਦਾ ਹੋ ਜਾਂਦਾ। ਯਾਨੀ ਇਹ ਮਿਥਿਹਾਸ ਆ ਲੋਕਾਂ 'ਚ, ਅਫਵਾਹ ਕਹਿ ਸਕਦੇ ਹਾਂ ਵੀ ਇਲਾਜ ਨਹੀਂ ਹੁੰਦਾ ਇਹਦੇ ਨਾਲ, ਲੇਟ ਹੁੰਦਾ। ਇਹ ਫਟਾਫਟ ਇੱਥੇ ਸਾਡੇ ਕੋਲ ਪਿਛਲੇ ਦਿਨਾਂ 'ਚ ਵੀ ਮਰੀਜ਼ ਆਏ ਆ ਵੀ ਸਿਰ ਦਰਦ ਬਹੁਤ ਹੋ ਰਿਹਾ, ਰੋਂਦੀ ਜਨਾਨੀ ਆਈ ਆ, ਉਹਨੂੰ ਇੱਥੇ ਦਵਾਈ ਦਿੱਤੀ ਆ, ਮਤਲਬ 1 ਮਿੰਟ ਤੋਂ ਪਹਿਲਾਂ 20-25 ਸਕਿੰਟ ਦੇ ਵਿੱਚ ਜਿਹੜਾ ਸਿਰ ਦਰਦ ਠੀਕ ਹੋ ਜਾਂਦਾ, ਜਿਹੜਾ ਅਸੀਂ ਦਵਾਈ ਦੇ ਕੇ ਹੋਮਿਓਪੈਥੀ ਦਵਾਈ ਟੀਕੇ ਨਾਲੋਂ ਵੀ ਪਹਿਲਾਂ ਅਸਰ ਕਰਦੀ ਹੈ। ਅਤੇ ਅਸੀਂ ਗੱਲਬਾਤ ਕੀਤੀ ਡਿਪਰੈਸ਼ਨ ਦੀ, ਡੇਂਗੂ ਦੀ, ਹੋਰ ਬੁਖਾਰ ਜਿਹੜੇ ਅੱਜ ਕੱਲ੍ਹ ਮੌਸਮੀ ਬੁਖਾਰ ਵੀ ਚੱਲ ਰਿਹਾ ਹੈ, ਪਿਛਲੇ ਦਿਨਾਂ 'ਚ ਕੋਵਿਡ ਵੀ ਰਹਿ ਗਿਆ, ਡੇਂਗੂ ਦੀ ਵੀ ਤੁਸੀਂ ਗੱਲ ਕੀਤੀ। ਇਹਨਾਂ ਸਾਰੀਆਂ ਤਮਾਮ ਚੀਜ਼ਾਂ ਦਾ ਜਿਹੜਾ ਹੋਮਿਓਪੈਥੀ 'ਚ ਇਲਾਜ ਕਿਵੇਂ ਅਤੇ ਕਿੰਨੀ ਦੇਰ ਦੇ ਵਿੱਚ ਜਿਹੜਾ ਸੰਭਵ ਹੈ? ਹੋਮਿਓਪੈਥੀ ਦੇ ਵਿੱਚ ਬਿਮਾਰੀ ਦੇ ਉੱਤੇ ਡਿਪੈਂਡ ਕਰਦਾ ਜੀ। ਜਿਹੜੀਆਂ ਕੋਈ ਅੰਦਰ ਟੈਂਡੈਂਸੀ ਚੇਂਜ ਕਰਕੇ ਬੰਦੇ ਨੂੰ ਠੀਕ ਕਰਨਾ ਹੁੰਦਾ, ਉਹਦੇ ਵਿੱਚ ਟਾਈਮ ਲੱਗਦਾ। ਜੇਕਰ ਤੁਹਾਡੇ ਅੰਦਰ ਟੈਂਡੈਂਸੀ ਹੈਗੀ ਆ ਪੱਥਰੀ ਬਣਾਉਣ ਦੀ, ਅਤੇ ਉਹ ਪੱਥਰੀ ਬਣਾਉਣ ਦੀ ਟੈਂਡੈਂਸੀ ਖਤਮ ਹੁੰਦੀ ਪਹਿਲਾਂ, ਉਸ ਤੋਂ ਬਾਅਦ ਪੱਥਰੀ ਖਤਮ ਹੁੰਦੀ ਆ। ਇਸੇ ਕਰਕੇ ਜਿਹੜਾ ਇਹਦੇ ਵਿੱਚ ਪਰਮਾਨੈਂਟ ਇਲਾਜ ਹੁੰਦਾ ਹੋਮਿਓਪੈਥੀ ਦਾ। ਬਾਕੀ ਹੁਣ ਜੇ ਕਿਸੇ ਦੇ ਸੈੱਲ ਘਟੇ ਆ, ਜਾਂ ਹੁਣ ਸਿਰ ਦਰਦ ਹੋ ਰਿਹਾ, ਜਾਂ ਕੋਈ ਹੋਰ ਆ, ਬਲੀਡਿੰਗ ਹੋ ਰਹੀ ਹੈ, ਜਾਂ ਕੋਈ ਹੋਰ ਪ੍ਰੋਬਲਮ ਆ, ਉਹਦੇ ਲਈ ਐਮਰਜੈਂਸੀ ਅਸੀਂ ਇੰਨੇ ਵਧੀਆ ਇਲਾਜ ਆ ਸਾਡੇ ਕੋਲ, ਅਸੀਂ ਉਹ ਬੜੀ ਜਲਦੀ ਬੰਦੇ ਰੋਗ ਦੇ ਉੱਤੇ ਅਸੀਂ ਕਾਬੂ ਪਾ ਲੈਂਦੇ ਹਾਂ। ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ
ਉਹ ਐਲੋਪੈਥੀ ਦੇ ਵਿੱਚ ਸਾਨੂੰ ਉਹਨਾਂ ਦੀ ਲੋੜ ਪੈਂਦੀ ਆ ਵੀ ਜੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤੇ ਸਾਨੂੰ ਹਸਪਤਾਲ 'ਚ ਜਾਣਾ ਹੀ ਪਏਗਾ, ਠੀਕ ਹੈ। ਐਮਰਜੈਂਸੀ ਸਾਨੂੰ ਕੋਈ ਪ੍ਰੋਬਲਮ ਆ ਜਾਂਦੀ ਆ, ਉਹਦੇ ਲਈ ਸਾਨੂੰ ਹਸਪੀਟਲਾਂ 'ਚ ਜਾਣਾ ਪੈਂਦਾ। ਐਲੋਪੈਥੀ ਦਵਾਈਆਂ, ਅਸੀਂ ਕਿਸੇ ਵੀ ਪੈਥੀ ਦੇ ਖਿਲਾਫ ਨਹੀਂ ਆ, ਸਾਰੀਆਂ ਪੈਥੀਆਂ ਜਿਹੜੀਆਂ ਆਪਣੀ ਆਪਣੀ ਜਗ੍ਹਾ 'ਤੇ ਠੀਕ ਹੈ। ਹੋਮਿਓਪੈਥੀ ਜਿਹੜੀ ਹੈ ਮਰੀਜ਼ਾਂ ਦੇ ਲਈ ਇਸ ਲਈ ਵਰਦਾਨ ਹੈ ਕਿ ਬਹੁਤ ਸਾਰੇ ਆਪਰੇਸ਼ਨ ਜਿਹੜੇ ਹੋਣੇ ਉਹਨਾਂ ਤੋਂ ਬਚ ਜਾਂਦਾ ਇਨਸਾਨ। ਜਿਵੇਂ ਰਸੌਲੀਆਂ ਹੋ ਗਈਆਂ, ਅੱਜ ਕੱਲ੍ਹ ਰਸੌਲੀਆਂ ਬਹੁਤ ਹੋ ਰਹੀਆਂ, ਅੱਜ ਕੱਲ੍ਹ ਪਾਣੀ ਦੀਆਂ ਰਸੌਲੀਆਂ ਬਹੁਤ ਹੋ ਰਹੀਆਂ, ਸਿਸਟ ਜਿਹਨੂੰ ਕਹਿੰਦੇ ਆ, ਔਰ ਉਹਦੇ ਕਰਕੇ ਵੀ ਆਪਰੇਸ਼ਨ ਹੁੰਦੇ ਆ, ਲੇਡੀਜ਼ ਦੇ ਬੱਚੇ ਨਹੀਂ ਹੁੰਦੇ। ਔਰ ਅੱਜ ਮੈਂ ਤੁਹਾਨੂੰ ਦੱਸਦਾ ਵੀ ਬਹੁਤ ਸਾਰੀਆਂ ਲੇਡੀਜ਼ ਠੀਕ ਹੋਈਆਂ ਜਿਨ੍ਹਾਂ ਦੇ ਅੱਜ ਉਹਨਾਂ ਦੇ ਬੱਚੇ ਹੋ ਗਏ, ਇਸ ਕਰਕੇ ਕਿ ਅੰਦਰੋਂ ਜਿਹੜੀਆਂ ਸਿਸਟ ਸੀਗੀਆਂ ਬਣ ਰਹੀਆਂ ਉਹ ਖਤਮ ਹੋ ਗਈਆਂ, ਐਗ ਬਣਨੇ ਸ਼ੁਰੂ ਹੋ ਗਏ ਤੇ ਉਹਨਾਂ ਦੇ ਬੱਚੇ ਹੋ ਗਏ। ਤਾਂ ਹੋਮਿਓਪੈਥੀ ਜਿਹੜੀ ਆ ਅੰਦਰੋਂ ਰੋਗ ਜਿਹੜਾ ਆ ਔਰ ਹਾਰਮੋਨਸ ਨੂੰ ਠੀਕ ਕਰਦੀ ਆ। ਹਰੇਕ ਬਿਮਾਰੀ ਦਾ ਇਲਾਜ, ਹਾਰਮੋਨਸ ਜਿਹੜੇ ਆ ਵਿਗੜੇ ਹੋਏ ਉਹਨਾਂ ਨੂੰ ਠੀਕ ਕਰਨੇ ਦਾ ਕਿਸੇ ਵੀ ਪੈਥੀ ਦੇ ਵਿੱਚ ਇਲਾਜ ਹੈ ਨਹੀਂ। ਹੋਮਿਓਪੈਥੀ ਦੇ ਵਿੱਚ ਜਿਹੜੇ ਹਾਰਮੋਨਸ ਵਿਗੜੇ ਹੋਏ ਆ ਉਹਨਾਂ ਨੂੰ ਠੀਕ ਕਰਨੇ ਦਾ ਬਹੁਤ ਵਧੀਆ ਇਲਾਜ ਹੈਗਾ। ਮੈਡੀਸਨ ਹੈਗੀਆਂ ਜਿਨ੍ਹਾਂ ਨਾਲ ਲੇਡੀਜ਼ ਦੇ ਜਿਹੜੇ ਹਾਰਮੋਨਸ ਆ ਠੀਕ ਹੋ ਜਾਂਦੇ ਆ ਔਰ ਉਹਨਾਂ ਦੇ ਫਿਰ ਸਾਰਾ ਸਿਸਟਮ ਠੀਕ ਹੋ ਜਾਂਦਾ, ਉਹਨਾਂ ਦੇ ਬੱਚੇ ਵੀ ਹੋ ਜਾਂਦੇ ਆ ਔਰ ਸਾਰਾ ਕੁਝ ਉਹਨਾਂ ਦਾ ਸਹੀ ਹੋ ਜਾਂਦਾ। ਹੋਮਿਓਪੈਥੀ ਇੱਕ ਕੰਪਲੀਟ ਔਰ ਵਧੀਆ ਇਲਾਜ ਹੈ ਜਿਹੜਾ ਜੀ। ਯਾਨੀ ਕਿ ਜੇਕਰ ਦਰਸ਼ਕਾਂ ਦੇ ਵਿੱਚੋਂ ਕੋਈ ਵੀ ਚਾਹੁੰਦਾ ਹੋਵੇ ਜਾਂ ਜੇਕਰ ਹੋਮਿਓਪੈਥੀ ਸੰਬੰਧੀ ਤੁਹਾਡੇ ਭਰਮ ਭੁਲੇਖੇ ਨੇ ਤਾਂ ਸ਼ਾਇਦ ਇਸ ਇੰਟਰਵਿਊ ਤੋਂ ਬਾਅਦ ਤੁਹਾਡੇ ਭਰਮ ਭੁਲੇਖੇ ਜਿਹੜੇ ਨੇ ਉਹ ਦੂਰ ਹੋ ਜਾਣਗੇ। ਅਤੇ ਹੋਮਿਓਪੈਥੀ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਹਰੇਕ ਬਿਮਾਰੀ ਦਾ ਇਲਾਜ ਹੈ ਅਤੇ ਉਸ ਨੂੰ ਜੜ੍ਹ ਤੋਂ ਖਤਮ ਕੀਤਾ ਜਾਂਦਾ। ਅਤੇ ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਇਹ ਵੀ ਦੱਸ ਦੇਵਾਂ, ਬਹੁਤ ਸਾਰੇ ਦਰਸ਼ਕ ਨਹੀਂ ਜਾਣਦੇ ਹੋਣਗੇ, ਜਿਹੜੇ ਲੋਕ ਇਹ ਕਹਿੰਦੇ ਨੇ ਕਿ ਹੋਮਿਓਪੈਥੀ 'ਚ ਇਲਾਜ ਸੰਭਵ ਨਹੀਂ ਜਾਂ ਹੋਮਿਓਪੈਥੀ ਜਿਹੜੀ ਆ ਬਹੁਤ ਹੌਲੀ ਕੰਮ ਕਰਦੀ ਹੈ। ਹਾਲਾਂਕਿ ਓਬਰਾਏ ਸਾਹਿਬ ਨੇ ਸਾਫ਼ ਗੱਲ ਦੱਸ ਦਿੱਤੀ ਹੈ ਕਿ ਬੜੀਆਂ ਵਧੀਆ ਚੰਗੀਆਂ ਤੇਜ਼ ਦਵਾਈਆਂ, ਜਿਹਨੂੰ ਪੰਜਾਬੀ ਆਪਾਂ ਕਹਿ ਲਈਏ ਤੇਜ਼ ਦਵਾਈਆਂ, ਜਲਦੀ ਅਸਰ ਕਰਨ ਵਾਲੀਆਂ ਜਿਹੜੀਆਂ ਦਵਾਈਆਂ ਮੌਜੂਦ ਨੇ। ਇਸੇ ਕਰਕੇ ਬਹੁਤ ਸਾਰੇ ਕਈ ਸਰਕਾਰੀ ਹਸਪਤਾਲ ਜਿਹੜੇ ਨੇ ਉਹਨਾਂ ਦੇ ਅੰਦਰ ਵੀ ਹੋਮਿਓਪੈਥੀ ਜਿਹੜੀਆਂ ਦਵਾਈਆਂ ਆ ਉਹ ਮੁਹੱਈਆ ਕਰਵਾਈਆਂ ਜਾਂਦੀਆਂ। ਹੋਮਿਓਪੈਥੀ ਡਾਕਟਰ ਉੱਥੇ ਮੌਜੂਦ ਨੇ, ਯਾਨੀ ਹੋਮਿਓਪੈਥੀ ਜਿਹੜੀ ਆ ਇਹ ਪੂਰੀ ਤਰ੍ਹਾਂ ਆਥੋਰਾਈਜ਼ਡ ਹੈ। ਔਰ ਡਾਕਟਰ ਓਬਰਾਏ ਸਾਹਿਬ ਕੋਲ ਬੜੀ ਦੂਰੋਂ ਮਰੀਜ਼ ਜਿਹੜੇ ਨੇ ਉਹ ਗੰਭੀਰ ਬਿਮਾਰੀਆਂ ਨੂੰ ਲੈ ਕੇ ਆਉਂਦੇ ਨੇ। ਤਾਂ ਬਹੁਤ ਜਿਹੜੇ ਲੋਕ ਇਹਨਾਂ ਦੇ ਕੋਲੋਂ ਠੀਕ ਹੋ ਕੇ ਜਾ ਚੁੱਕੇ ਨੇ, ਕਿਉਂਕਿ ਸਮੇਂ ਦੇ ਉੱਤੇ ਅਸੀਂ ਇਹਨਾਂ ਦੀ ਇੰਟਰਵਿਊ ਵੀ ਕਰਦੇ ਰਹਿੰਦੇ ਹਾਂ ਔਰ ਇੱਥੇ ਆਏ ਹੋਏ ਮਰੀਜ਼ਾਂ ਦੇ ਨਾਲ ਵੀ ਬਹੁਤ ਵਾਰੀ ਗੱਲ ਕਰੀਦੀ ਹੈ। ਅਤੇ ਜਿਨ੍ਹਾਂ ਦਾ ਦੱਸਣਾ ਹੁੰਦਾ, ਕਹਿਣਾ ਹੁੰਦਾ ਕਿ ਸਾਡਾ ਫਲਾਣਾ ਮਰੀਜ਼ ਠੀਕ ਹੋਇਆ ਸੀ ਅਤੇ ਸਾਨੂੰ ਫਲਾਣੀ ਜਿਹੜੀ ਬਿਮਾਰੀ ਹੈ, ਵੱਡੀ ਬਿਮਾਰੀ ਆ, ਉਸ ਤੋਂ ਨਿਜਾਤ ਮਿਲੀ। ਜਾਂਦੇ ਓਬਰਾਏ ਸਾਹਿਬ, ਦਰਸ਼ਕਾਂ ਨੂੰ ਨਿਰੋਗ ਰਹਿਣ ਦੇ ਲਈ, ਬਿਮਾਰੀਆਂ ਤੋਂ ਬਚਣ ਦੇ ਲਈ ਕੋਈ ਨੁਕਤਾ, ਕੋਈ ਰਾਏ, ਕੋਈ ਸੁਝਾਅ ਦੇਣੀ ਚਾਹੂੰ ਤਾਂ? ਸਭ ਤੋਂ ਪਹਿਲਾਂ ਤਾਂ ਅੱਜ ਜਿਹੜਾ ਹੈਗਾ ਆਪਣੀ ਸਿਹਤ ਨੂੰ ਠੀਕ ਕਰਨ ਲਈ, ਸਰੀਰ ਨੂੰ ਠੀਕ ਕਰਨ ਲਈ ਖੁਰਾਕ ਜਿਹੜੀ ਆ ਵਧੀਆ ਲੈਣੀ ਚਾਹੀਦੀ ਆ। ਅਤੇ ਦੂਸਰੇ ਨੰਬਰ 'ਤੇ ਸੈਰ, ਐਕਸਰਸਾਈਜ਼, ਯੋਗਾ ਔਰ ਬੰਦੇ ਨੂੰ ਧੁੱਪ ਜਿਹੜੀ ਆ, ਰੋਸ਼ਨੀ ਜਿਹੜੀ ਹੈ ਵੀ ਬਹੁਤ ਜ਼ਰੂਰੀ ਹੈ ਔਰ ਖੁੱਲ੍ਹੀ ਹਵਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਉਹਦੇ ਵਿੱਚ ਜਾਣਾ ਚਾਹੀਦਾ। ਔਰ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਆ ਬੰਦੇ ਦਾ ਸੋਸ਼ਲ ਸਰਕਲ ਹੋਣਾ ਚਾਹੀਦਾ। ਬੰਦੇ ਨੂੰ ਕਿਤੇ ਨਾ ਕਿਤੇ ਬਾਹਰ ਨਿਕਲਣਾ ਚਾਹੀਦਾ, ਯਾਰਾਂ ਦੋਸਤਾਂ 'ਚ ਬੈਠਣਾ ਚਾਹੀਦਾ, ਕੋਈ ਨਾ ਕੋਈ ਆਪਣਾ ਸੋਸ਼ਲ ਵਰਕ ਕਰਨਾ ਚਾਹੀਦਾ। ਜਿੰਨਾ ਤੁਸੀਂ ਕਿਸੇ ਦਾ ਭਲਾਈ ਦਾ ਕੰਮ ਕਰਦੇ ਆ ਉਹਦਾ ਜੋ ਤੁਹਾਡਾ ਬੀਜਿਆ ਹੁੰਦਾ ਉਹਦਾ ਫਲ ਤੁਹਾਨੂੰ ਮਿਲਦਾ। ਇਹ ਇੱਕ ਕਾਨੂੰਨ ਹੈ ਇਹ ਕੁਦਰਤ ਦਾ, ਜੋ ਤੁਸੀਂ ਬੀਜਦੇ ਆ ਉਹੀ ਵੱਢਦੇ ਆ। ਤੇ ਉਹਦੇ ਨਾਲ ਜਿਹੜੀ ਮਨ ਨੂੰ ਖੁਸ਼ੀ ਮਿਲਦੀ ਆ ਉਹਦੇ ਨਾਲ ਤੁਸੀਂ ਬਹੁਤ ਹੀ ਸਿਹਤਮੰਦ ਹੁੰਦੇ ਆ। ਤਾਂ ਇਸ ਕਰਕੇ ਆਪਾਂ ਆਪਣਾ ਸਾਂਝੀਵਾਲਤਾ ਜਿਹੜੀ ਆਪਸੀ ਸਾਂਝੀਵਾਲਤਾ ਉਹਨੂੰ ਵਧਾਈਏ, ਆਪਸੀ ਜਿਹੜੇ ਵਿਤਕਰੇ ਆ ਉਹਨਾਂ ਨੂੰ ਦੂਰ ਕਰੀਏ, ਸਮਾਂ ਕੱਢਿਆ ਕਰੀਏ। ਅੱਜ ਕੋਈ ਲੋਕ ਕਹਿੰਦੇ ਸਾਡੇ ਕੋਲ ਸਮਾਂ ਹੀ ਨਹੀਂ ਗਾ, ਸਮਾਂ ਕੱਢਣਾ ਪੈਂਦਾ। ਹੁਣ ਸਮਾਂ ਆਪੇ ਦੇਖੋ ਵੀ ਤੁਸੀਂ ਕਿਸ ਵੇਲੇ ਕੱਢ ਸਕਦੇ ਆ। ਕੋਈ ਸਵੇਰ ਨੂੰ ਕੱਢ ਸਕਦੇ ਆ, ਕੋਈ ਸ਼ਾਮ ਨੂੰ ਕੱਢ ਸਕਦੇ ਆ, ਕੋਈ ਦੁਪਹਿਰ ਨੂੰ ਕੱਢ ਸਕਦੇ ਆ। ਜਿਸ ਵੇਲੇ ਵੀ ਸਮਾਂ ਤੁਹਾਡੇ ਕੋਲ ਹੈ ਉਸ ਵੇਲੇ ਤੁਸੀਂ ਆਪਣੇ ਜੋ ਵੀ ਤੁਹਾਡੇ ਮਿਲਣ ਵਾਲੇ ਆ, ਕੋਈ ਰਿਸ਼ਤੇਦਾਰ ਹੈ, ਕੋਈ ਯਾਰ ਦੋਸਤ ਹੈ, ਤੁਸੀਂ ਦੇਖਦੇ ਆ ਬੜੀ ਦੇਰ ਹੋ ਗਈ ਮਿਲਿਆਂ ਨੂੰ, ਉਹਨਾਂ ਨੂੰ ਫੋਨ ਕਰੋ ਵੀ ਮੈਂ ਤੁਹਾਡੇ ਕੋਲ ਆ ਰਿਹਾ, ਅੱਜ ਨਾਸ਼ਤਾ ਤੁਹਾਡੇ ਵੱਲ। ਤੇ ਉਹਨਾਂ ਕੋਲ ਜਾਓ, 2 ਘੰਟੇ ਬੈਠੋ, ਗੱਲਾਂ ਬਾਤਾਂ ਕਰੋ, ਦੁੱਖ ਸੁੱਖ ਫੋੜੋ ਤੇ ਆਪਣਾ ਉਹਨਾਂ ਦੇ ਨਾਸ਼ਤਾ ਕਰਕੇ ਆਓ। ਕਿਉਂਕਿ ਬਹੁਤ ਲੋਕ ਯਾਦ ਕਰਦੇ ਆ ਤੁਹਾਨੂੰ, ਨਹੀਂ ਜਾ ਸਕਦੇ ਕਿਉਂਕਿ ਅਸੀਂ ਆਪਣੇ ਆਪ ਦਾ ਰੂਟੀਨ ਹੀ ਗਲਤ ਕਰ ਲਿਆ ਸਾਰਿਆਂ ਨੇ। ਤੇ ਕਿਸੇ ਕੋਲ ਦੁਪਹਿਰ ਨੂੰ ਟਾਈਮ ਹੈਗਾ ਦੁਪਹਿਰ ਨੂੰ, ਕਿਉਂਕਿ ਹੁਣ ਮੈਂ ਦੁਪਹਿਰ ਦਾ ਪਹਿਲਾਂ ਰੈਸਟ ਦਾ ਟਾਈਮ ਜਿਹੜਾ ਸੀਗਾ ਮੈਂ ਉਹਦੇ ਵਿੱਚ ਹੁਣ ਜਾਣਾ, ਕਿਸੇ ਨਾ ਕਿਸੇ ਨੂੰ ਮੁਲਾਕਾਤ ਕਰਕੇ ਆਉਣਾ ਰੋਜ਼ਾਨਾ ਹੀ ਕਿਤੇ ਨਾ ਕਿਤੇ। ਤੋ ਇਸੇ ਤਰ੍ਹਾਂ ਰਾਤ ਨੂੰ ਵੀ ਕਈ ਵਾਰ ਅਸੀਂ ਜਾਈਦਾ, 8 ਵਜੇ ਤੋਂ ਬਾਅਦ ਜਾਈਦਾ ਕਿਸੇ ਨਾ ਕਿਸੇ ਨੂੰ ਮਿਲਣ ਲਈ। ਤੋ ਇਹ ਬਹੁਤ ਜ਼ਰੂਰੀ ਆ ਸਾਡੀ ਸਿਹਤ ਲਈ। ਮਾਨਸਿਕ ਸਿਹਤ ਠੀਕ ਹੁੰਦੀ ਆ ਅਤੇ ਉਹਦੇ ਨਾਲ ਫਿਰ ਸਰੀਰ ਦੀ ਸਿਹਤ ਵੀ ਸਾਡੀ ਠੀਕ ਰਹਿੰਦੀ ਆ। ਤੋ ਇਹ ਜਿਹੜਾ ਅੱਜ ਦੀ ਟਾਈਮ ਦੇ ਵਿੱਚ ਬੜੀ ਸਮੇਂ ਦੀ ਜ਼ਰੂਰਤ ਆ ਆਪਣੀ ਸਿਹਤ ਠੀਕ ਰੱਖਣ ਲਈ, ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ।
ਤੋ ਓਬਰਾਏ ਸਾਹਿਬ ਨੇ ਦੱਸਿਆ ਕਿ ਨਿਰੋਗ ਕਿਵੇਂ ਰਿਹਾ ਜਾ ਸਕਦਾ ਹੈ, ਰੋਗਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ, ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਗੂੜੀ ਕਰਨ ਦੀ ਲੋੜ ਆ। ਤਾਂ ਬਿਨਾਂ ਕੰਮ ਦੇ ਵੀ ਦੋਸਤੋ ਕਿਤੇ ਨਾ ਕਿਤੇ ਆਪਣੇ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ ਬਿਨਾਂ ਕੰਮ ਦੇ ਫੋਨ ਕਰਨ ਦੀ ਇੱਕ ਪਿਰਤ ਪਾਈਏ, ਕਿਉਂਕਿ ਅੱਜ ਕੱਲ੍ਹ ਕੀ ਹੋ ਗਿਆ ਕਿ ਸਮੇਂ ਦੀ ਜਿਹੜੀ ਚਾਲ ਹੈ ਉਹ ਤੇਜ਼ ਹੋ ਗਈ ਕਹਿ ਲਈਏ। ਲੋਕ ਜਿਹੜੇ ਨੇ ਉਹ ਆਪਣੇ ਕੰਮਾਂ ਕਾਰਾਂ 'ਚ ਰੁਝੇਵਿਆਂ 'ਚ ਵਿਅਸਤ ਹੋ ਗਏ ਅਤੇ ਅਕਸਰ ਫੋਨ ਉਦੋਂ ਹੀ ਕੀਤਾ ਜਾਂਦਾ ਹੈ ਸਕੇ ਸੰਬੰਧੀਆਂ ਨੂੰ, ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਆਂਢੀਆਂ ਗੁਆਂਢੀਆਂ ਨੂੰ ਜਦੋਂ ਲੋੜ ਪੈਂਦੀ ਹੈ। ਇੱਕ ਨਵੀਂ ਪਿਰਤ ਪਾਈਏ ਕਿ ਬਿਨਾਂ ਕੰਮ ਦੇ ਅਸੀਂ ਹਾਲ ਚਾਲ ਜਿਹੜਾ ਹਫ਼ਤੇ 'ਚ ਇੱਕ ਵਾਰੀ ਆਪਣੇ ਕਿਸੇ ਨਾ ਕਿਸੇ ਸਕੇ ਸੰਬੰਧੀ ਦਾ ਪੁੱਛਣਾ ਹੀ ਪੁੱਛਣਾ ਆ। ਅਤੇ ਬਹੁਤ ਸਾਰੇ ਸਵਾਲ ਤੁਹਾਡੇ ਅਤੇ ਮੇਰੇ ਜਿਹੜੇ ਨੇ ਉਹ ਪੁੱਛਣ ਵਾਲੇ ਡਾਕਟਰ ਸਾਹਿਬ ਕੋਲ ਰਹਿ ਗਏ। ਸਮੇਂ ਦੀ ਘਾਟ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਮਰੀਜ਼ ਇਹਨਾਂ ਦੇ ਕੋਲ ਆਉਂਦੇ ਨੇ, ਮਰੀਜ਼ ਇੰਤਜ਼ਾਰ ਕਰ ਰਹੇ ਨੇ। ਅਗਲੀ ਵਾਰੀ ਹੋਰ ਸਵਾਲਾਂ ਦੇ ਜਿਹੜੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਅਤੇ ਜਾਂਦੇ ਜਾਂਦੇ ਜਿਹੜੇ ਵੀਰ ਨਸ਼ਾ ਕਰਦੇ ਨੇ ਅਤੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਡਾਕਟਰ ਓਬਰਾਏ ਦੀਆਂ ਤੁਸੀਂ ਸੇਵਾਵਾਂ ਲੈ ਸਕਦੇ ਹੋ। ਨਸ਼ਾ ਛੱਡਣ ਦੇ ਵਿੱਚ ਕਾਉਂਸਲਿੰਗ ਦੇ ਨਾਲ ਨਾਲ ਦਵਾਈਆਂ ਦੇ ਸਹਿਯੋਗ ਦੇ ਨਾਲ ਨਸ਼ਾ ਛਡਾਉਣ ਦੇ ਵਿੱਚ ਵੀ ਓਬਰਾਏ ਸਾਹਿਬ ਜਿਹੜਾ ਆ ਉਹ ਬਹੁਤ ਕਾਮਯਾਬ ਨੇ। ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਨਸ਼ਾ ਛੱਡ ਚੁੱਕੇ ਨੇ ਅਤੇ ਨਵੀਂ ਜ਼ਿੰਦਗੀ ਦੇ ਵਿੱਚ ਜਿਹੜਾ ਆ ਉਹ ਪੈਰ ਧਰ ਚੁੱਕੇ ਨੇ। ਫਿਲਹਾਲ ਦੇ ਲਈ ਤੁਹਾਡੇ ਕੋਲ ਇਜਾਜ਼ਤ ਮੰਗਦੇ ਓਬਰਾਏ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਲਈ ਸਮਾਂ ਕੱਢਿਆ, ਸ਼ੁਕਰੀਆ। ਫਿਲਹਾਲ ਦੇ ਲਈ ਇਜਾਜ਼ਤ। ਆਪਣੇ ਦੋਸਤ ਗੋਬਿੰਦਜੀਤ ਸਿੰਘ ਨੂੰ ਜਲਦੀ ਮਿਲਦੇ ਹਾਂ ਨਵੀਂ ਸ਼ਖਸੀਅਤ ਦੇ ਨਾਲ ਖਾਸ ਮੁਲਾਕਾਤ ਦੇ ਵਿੱਚ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਰੱਬ ਰੱਖਾ। ਧੰਨਵਾਦ।